ਕਿ ਜਦੋਂ ਲਵਾਣੇ ਚਾਹੀਦੇ ਨੇ ਜਾਂ ਨਹੀਂ, ਇਹਦੇ ਵਿੱਚ ਕੰਪਲਿਕੇਸ਼ਨਸ ਕਿਹੜੀਆਂ ਹੋ ਸਕਦੀਆਂ ਨੇ। ਵਾਲ ਲਵਾਉਣਾ ਚਾਹੀਦੇ ਨੇ ਮੇਰਾ ਖਿਆਲ ਤੇ ਹੈ ਵੇ, ਲੇਕਿਨ ਉਹਦੇ 'ਚ ਕੰਪਲਿਕੇਸ਼ਨ ਜ਼ਰੂਰ ਆਉਂਦੀਆਂ ਨੇ। ਕੰਪਲਿਕੇਸ਼ਨ ਪਹਿਲੀ ਇਹ ਵੇ ਕਿ ਭਾਈ ਜੀ ਤਕਲੀਫ ਹੁੰਦੀ ਹੈ, ਠੀਕ ਠਾਕ ਹੁੰਦੀ ਹੈ, ਲੇਕਿਨ ਅੱਜ ਦੇ ਦੌਰ ਦੇ ਵਿੱਚ ਅੱਗੋਂ ਜਦੀਦ ਚੀਜ਼ਾਂ ਆ ਗਈਆਂ ਨੇ ਬਹੁਤ ਜ਼ਿਆਦਾ, ਜਿਸ ਤਰ੍ਹਾਂ ਉਹਨਾਂ ਨੇ ਜਿੱਦਾਂ ਇਹ ਕਿ ਮਾਸ ਸੁੰਨ ਕਰਨਾ ਅਸੀਂ ਟੀਕੇ ਲਾਉਂਦੇ ਨੇ ਨਾ ਪਹਿਲਾਂ, ਉਹਨੂੰ ਵੀ ਸੁੰਨ ਕਰਨ ਤੋਂ ਪਹਿਲੇ ਵੀ ਉਹ ਕੋਈ ਐਸਾ ਲਿਕਵਿਡ ਜਿਹਾ ਲਾਉਂਦੇ ਨੇ, ਸਪੈਸ਼ਲੀ ਟਰਕੀ ਤੋਂ ਇਹਨਾਂ ਨੇ ਆਂਦਾ ਸੀ ਕਿ ਸੁੰਨ ਕਰਨਾ ਅਸੀਂ ਟੀਕੇ ਲਾਉਣ ਵਾਸਤੇ ਬਿਲਕੁਲ ਮਾਈਨਰ ਦੀ ਤਕਲੀਫ ਹੋਈ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਜਨਾਬੇ ਵਾਲੀ ਇਹਦੇ ਵਿੱਚ ਤਰੀਕੇ ਹੁੰਦੇ ਨੇ 2-3 ਕਿਸਮ ਦੇ, ਤੁਸੀਂ ਚੂਜ਼ ਕਰਨਾ ਹੈ ਕਿ ਕਿਹੜਾ ਤਰੀਕਾ ਤੁਹਾਡੇ ਲਈ ਬਿਹਤਰ ਹੈ, ਤੁਸੀਂ ਉਹ ਤਰੀਕੇ ਦੇ ਨਾਲ ਹੀ ਵਾਲ ਲਵਾਣੇ ਨੇ। ਇੱਕ ਤੇ ਹੁੰਦਾ ਉਹ ਪੱਛ ਜੇ ਲਾ ਕੇ ਟੱਕ ਜੇ ਲਾ ਕੇ ਜਿਵੇਂ ਗੇਲਾਂ ਦੀਆਂ ਬਣਾ ਕੇ ਉਹਦੇ ਵਿੱਚ ਵਾਲ ਚਾ ਰੱਖਦੇ ਜਾਂਦੇ, ਲਾਭ ਵੀ ਚੜਦੇ ਨੇ, ਉਹਨੂੰ ਜੈਨੀ ਤਰੀਕਾ ਆਉਂਦੇ ਨੇ, ਉਹਦੇ ਨਾਲ ਮੇਰਾ ਨਹੀਂ ਖਿਆਲ ਕਿ ਉਹ ਬਣਾ ਸਕਦੇ। ਚਲੋ ਲੋਕ ਉਹ ਵੀ ਕਰਾਉਂਦੇ ਨੇ ਥੋੜੇ ਬਜਟ ਵਾਲੇ। ਉਸ ਤੋਂ ਬਾਅਦ ਇੱਕ ਹੋਰ ਤਰੀਕਾਕਾਰ ਇਹ ਵੇ ਕਿ ਜਿਹਦੇ ਵਿੱਚ ਵਾਲ ਨੂੰ ਜੜ ਸਮੇਤ ਪਿੱਛੋਂ ਖਿੱਚਦੇ ਨੇ, ਉਹਨੂੰ ਫਿਰ ਵਾਸ਼ ਕੀਤਾ ਜਾਂਦਾ ਹੈ, ਉਹਨੂੰ ਪ੍ਰੀਪੇਅਰ ਕਰਕੇ ਇੰਜੈਕਟ ਕੀਤਾ ਜਾਂਦਾ ਥਾਂ ਦੇ ਉੱਤੇ। ਇਹ ਤਰੀਕਾ ਰੀਜ਼ਨੇਬਲ ਵੀ ਹੈ ਔਰ ਬਿਹਤਰੀਨ ਵੀ ਹੈ, ਉਹਦਾ ਰਿਜ਼ਲਟ ਵੀ ਤਕਰੀਬਨ 99.9% ਹੈ। ਇੱਕ ਹੋਰ ਤਰੀਕਾ ਹੈ ਕਿ ਮਸ਼ੀਨਰੀ ਦੇ ਨਾਲ ਮਸ਼ੀਨ ਇੱਥੋਂ ਵਾਲ ਪੁੱਟਦੀ ਹੈ, ਇੰਜ ਲਾਉਂਦੀ ਹੈ। ਉਹ ਮਸ਼ੀਨ ਜਿਹੜੀ ਹੈ ਨਾ, ਉਹ VVIP ਪਲੱਸ ਲੋਕਾਂ ਵਾਸਤੇ ਨੇ, ਉਹ ਸਾਡੇ ਜਿਹੇ ਮਾੜਿਆਂ ਬੰਦਿਆਂ ਵਾਸਤੇ ਨੇ। ਉਹਦੇ ਵਾਸਤੇ ਕਮ ਸੇ ਕਮ ਤੁਹਾਡੇ ਕੋਲ ਜਿਹੜਾ ਨਾ 8 ਤੋਂ 10-15 ਲੱਖ ਦਾ ਬਜਟ ਹੋਣਾ ਚਾਹੀਦਾ, ਤੇ ਫਿਰ ਹਾਂਜੀ ਉਹ ਫਿਰ ਤੇ ਇਹ ਜਿਹੜਾ ਤਰੀਕਾਕਾਰ ਹੈ ਨਾ ਇਹ ਬਿਹਤਰੀਨ ਹੈ। ਮੈਂ ਤੇ ਅਲਸ਼ਫਾ ਫਿਊਚਰ ਤੋਂ ਜਿਹੜਾ ਨਾ ਗੁਜਰਾਣੇ ਦੇ ਵਿੱਚੋਂ ਲਵਾਏ ਨੇ ਵਾਲ, ਤੇ ਮੈਨੂੰ ਇਤਨੀ ਤਕਲੀਫ ਵੀ ਕੋਈ ਨਹੀਂ ਹੋਈ। ਮੇਰਾ ਇਹਨਾਂ ਨੇ 4500 ਜਿਹੜਾ ਨਾ ਉਹ ਲਾਇਆ ਪੁਆਇੰਟ ਵਾਲ। ਔਰ ਇਹਦੇ ਵਿੱਚ ਜੀ ਆਂਸਰ ਦੀ ਸੋਜ ਹੋ ਜਾਂਦੀ ਹੈ, ਇਹ ਹੋ ਜਾਂਦਾ ਕੁਝ ਵੀ ਨਹੀਂ। ਇਹ ਮੈਨੂੰ ਸੋਜ ਸੱਜੇ ਪਾਸੇ ਥੋੜੀ ਜਿਹੀ ਕਿਉਂ ਹੋਈ ਹੈ, ਉਹਨਾਂ ਨੂੰ ਆਖਿਆ ਸੀ ਕਿ ਸੌਣਾ ਇੰਜ ਸਿੱਧਾ ਹੈ, ਤੇ ਜਦੋਂ ਤੁਸੀਂ ਐਸ ਦਾ ਸੌਂਗੇ ਐਸ ਦਾ ਫਿਰ ਥੋੜੀ ਜਿਹੀ ਸੋਚ ਹਾਂ। ਉਹ ਮੈਂ ਨਾ ਕਿਤੇ ਰਾਤੀ ਸੁੱਤਿਆਂ ਪਿਆ, ਮੈਨੂੰ ਇਹ ਨਹੀਂ ਪਤਾ ਲੱਗਾ ਮੈਂ ਐਸ ਦਾ ਸੁੱਤਾ ਰਿਹਾ ਵਾਵਾ ਜੇ, ਤੇ ਇਹ ਥੋੜੀ ਜਿਹੀ ਹਲਕੀ ਜਿਹੀ ਸੋਚ ਹੋਈ ਹੈ, ਬਾਕੀ ਮੌਕੇ। ਪਲੱਸ ਇਹਦੇ ਵਿੱਚ ਜਿਹੜੀ ਗਲਤੀ ਕੀਤੀ ਹੈ, ਮੈਂ ਗਲਤੀ ਇਹ ਕੀਤੀ ਹੈ ਕਿ ਸਾਰਾ ਦਿਨ ਮੈਂ ਜਾਗਦਾ ਰਿਹਾ, ਰਾਤੀ 9-10-11 ਵਜੇ ਨਾਲ ਪਲਾਨ ਸ਼ੁਰੂ ਕਰਵਾਇਆ, ਉਹ 8-10 ਘੰਟੇ ਪਲਾਨ ਚੱਲਦਾ ਰਿਹਾ, ਮਤਲਬ ਜਿਹੜਾ ਹੋ ਰਿਹਾ ਸੀ ਉਹ ਸਾਨੂੰ ਘੱਟ ਤੋਂ ਘੱਟ ਵੀ ਨਾ ਅਗਲੇ ਦਿਨ ਦੇ 9-10-11 ਵੱਜ ਗਏ ਨੇ, ਮਤਲਬ ਨਾ ਰਾਤ ਦੀ ਨੀਂਦ ਪੂਰੀ ਨਾ ਦਿਨ ਦੀ ਪੂਰੀ। 8 ਪੈਰ ਜਿਹੜੇ ਨਾ ਫਿਰ ਜਾਗਦੇ ਆ, ਉਹ ਫਿਰ ਇੰਜ ਬੰਦੇ ਦਾ ਜਿਵੇਂ ਮੱਤ ਵੱਜ ਜਾਂਦੀ। ਮੇਰੀ ਤਾਂ ਫਿਰ ਇਹ ਸੋਚ ਹੈ ਨਹੀਂ, ਨੀਂਦਰ ਜਿਹੜੀ ਹੈ ਸਭ ਤੋਂ ਵੱਡੀ ਹੈ। ਨੀਂਦ ਇਨਸਾਨ ਦੀ ਅਗਰ ਪੂਰੀ ਨਹੀਂ ਨਾ ਹੋਵੇ ਤਾਂ ਫਿਰ ਨੁਕਸਾਨ ਹੁੰਦਾ। ਹੁਣ ਕੱਲ ਮੈਨੂੰ ਨਹੀਂ ਪਤਾ ਤੁਸੀਂ ਕਿਤੇ ਮਾਮੇ ਰਿਆਜ਼ ਈਦੀ ਦੇ ਗਏ ਨੇ, ਈਦੀ ਦੇ ਗਏ ਨੇ ਤੇ ਆਪਣੇ ਵੱਲੋਂ ਕੱਟ ਮੇਰਾ ਭਰਾ ਮੈਂ ਆਪੇ ਪੁੱਛਣਾ ਵਾ, ਮੇਰੇ ਹੁਣ ਅਹਿਮਦ ਸਾਹਿਬ ਜਿਹੜੇ ਜਿਨ੍ਹਾਂ ਨੇ ਵਲਾਗ ਦੀ ਜ਼ਿੰਮੇਵਾਰੀ ਲਈ ਸੀ, ਉਹਨਾਂ ਨੂੰ ਆਪ ਬਹਾਰ ਹੋ ਗਿਆ, ਉਹਨਾਂ ਨੂੰ पता नहीं कादी नजर लगी। अस्सलाम वालेकुम मेरी यूट्यूब फैमिली, उम्मीद है आप सब ठीक ठाक होंगे। तो जनाब एक और नया शगुफा सामने आ गया है, एक और हकीकत सामने आ गई है अरबों के मालिक विकी चीमा भाई की। जैसे कि इनके भाई ने दावा किया था कि ये साउथ अफ्रीका के सेठ हैं, अरबों के मालिक हैं, 27-28 करोड़ का वहाँ पे घर है। हालांकि जहाँ पर जिस टाउन में रहते हैं वहाँ पर इतने वर्थ का घर कोई नहीं है, लेकिन जो इनके बड़े भाई हैं अहमद भाई, अब शायद वो थे या उनकी बेगम थी, जो भी था, उसने बहुत आर्गूमेंट किया था और किया भी सहरी के बाद था। और उन्होंने दावा किया था कि जितना महंगा घर, जितने ज़्यादा एसेट्स विकी चीमा भाई के पास हैं, इतने तो रजब और डकी के पास भी नहीं है, इतना महंगा घर तो उनके पास भी नहीं है। लेकिन मैं हैरान होगी कि विकी चीमा भाई ट्रांसप्लांट कराने गए हैं, प्रमोशन पे करवा रहे हैं, इनकी इतनी वर्थ नहीं है कि इनको 10-15 लाख का जो है वो कोई पैकेज दे दे, या फिर अपनी सहूलत के लिए, अपनी जान के सुख के लिए ये 10-15 लाख रुपया खुद लगा लें। क्योंकि भाई साहब को शौक़ तो बहुत है कि उन्होंने बाल लगाने हैं, कहीं टिंडा निकल आए, क्योंकि हीरो तो बनना है। फिल्मों की भी ऑफ़र का शौक़ है, और देखा नहीं है आपने, चाहे वो ज़ैनब भाई थी उसके हीरो बन रहे थे, चाहे फिर कोई और होती है, तो लहक लहक के महक के जो है चीमा भाई जो है उसके साथ फिर रहे होते हैं। ना सिर्फ ये, बल्कि पिंड के सारे बंदियां नूं इन्हां ने हीरो बना छड्डिया। ਐਨਕਾਂ ਪਾਓ, ਮੋਟਰਸਾਈਕਲਾਂ ਚਲਾਓ, ਛਾਲਾਂ ਇੱਧਰੋਂ ਦੀਆਂ ਉੱਧਰੋਂ ਮਾਰੋ, ਲਹਿਰਾਉਂਦੇ ਇੱਥੇ ਵੀ ਉਸ ਤਰ੍ਹਾਂ ਫਿਰਦੇ ਨੇ ਜਿਸ ਤਰ੍ਹਾਂ ਸਾਊਥ ਅਫਰੀਕਾ ਦੇ ਮਾਲਾਂ ਦੇ ਵਿੱਚ ਫਿਰਦੇ थे। अब लोग कहते हैं आपकी इनके साथ कोई दुश्मनी है, अल्लाह माफ़ करे, इन ਵਿਚਾਰਿਆਂ ਨਾਲ ਮੇਰੀ ਕੀ ਦੁਸ਼ਮਣੀ ਕਰਨੀ ਹੈ। ਕਸਮੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿਛੇ। ਇਹ ਤੇ ਆਪ ਹੀ ਜਿਹੜਾ ਨਾ ਰੋਜ਼ ਚਵਲਾ ਮਾਰਦੇ ਨੇ। ਬੁੱਢੀ ਮਾਂ ਨੂੰ ਜਿਹੜਾ ਨਾ ਅੱਗੇ ਲਾਇਆ ਹੈ, ਤੇ ਮਾਂ ਜੀ ਨੂੰ ਵੀ ਕੋਈ ਖਿਆਲ ਨਹੀਂ ਆਉਂਦਾ, ਨਾ ਆਪਣਾ ਬੁਢਾਪੇ ਦਾ, ਨਾ ਆਪਣੇ ਜਿਸਮ ਦਾ, ਮਤਲਬ ਕਿਸੇ ਚੀਜ਼ ਦਾ ਨਹੀਂ। ਤੇ ਵੱਡੇ ਮੀਆਂ ਜੀ ਜਿਹੜੇ ਨੇ ਉਹ ਚੁੱਪ ਕਰਕੇ ਸਾਰੀ ਚੀਜ਼ਾਂ ਦੇਖਦੇ ਪਏ ਨੇ। ਨਾ ਇਹ ਕੋਈ ਦਬਕਾ ਮਾਰਨ ਪੁੱਤਰਾਂ ਨੂੰ ਕਿ ਮੁੰਡਿਆ ਕੰਮ ਨਹੀਂ ਕਰਨਾ, ਸਾਰੀ ਉਮਰ ਤੇਰੀ ਮਾਂ ਨੂੰ ਸ਼ਰਾਫਤ ਦੀ ਰੋਟੀ ਖਵਾਈ ਹੈ, ਹੁਣ ਇਹ ਕੰਮ ਨਾ ਕਰੋ। ਲੇਕਿਨ ਨਹੀਂ ਜੀ, ਉਹ ਵੀ ਚੰਪੀ ਕਰਾਉਣ ਵਾਸਤੇ ਅੱਗੇ ਤੋਲੀਆ ਰੱਖ ਕੇ ਬਹਿ ਜਾਂਦੇ ਨੇ। ਔਰ ਤੇ ਹੋਰ ਵੱਡੇ ਭਰਾ ਸਾਹਿਬ ਅਹਿਮਦ ਭਾਈ ਵੀ, उन्होंने भी माँ को चंपी टावल रख के करनी होती है। अल्लाह माफ़ करे, शॉर्ट्स में ये चीज़ें सामने आ रही होती हैं। इन लोगों की तो शर्म बिल्कुल उड़ गई है। और लिटरली मैं आपको बताऊं, इन्होंने पंजाबियों के नाम पे बट्टा लगाया। यकीन करें, पंजाबी बड़ी गयूर कौम है, और स्पेशली
जिनको आप पेंडू कह लें, कुछ भी कह लें, गाँव के रहने वाले, जान दे देंगे लेकिन अपनी आन पे बात नहीं आने देंगे। जो ज़िम्मेदार बंदा होता है ना, वो पैदाइशी अल्लाह ताला ने उसके अंदर एक अना रखी होती है, जिसके घर दाने उसके कमले भी सियाने। अब ये वालदा साहिबा इनकी बार बार कह रही होती हैं कि सारी उम्र गुरबत ने सानू मार छड्डिया, सारी उम्र गुरबत देखी, सारी उम्र इंज कीता। तो तुसी देख भी लवो माँ जी सारा वक्त ਜਿਹੜਾ ਨਾ ਆਲੂ ਪਕਾਉਣ ਤੇ ਇਹ ਪਕਾਉਣ ਤੇ ਉਹ ਪਕਾਉਣ ਤੇ ਲੱਗੇ ਹੁੰਦੇ ਨੇ। ਗੰਢੇ ਪਕਾ ਲਓ ਤੇ ਮੇਥੀ ਪਕਾ ਲਓ ਤੇ ਇੰਜ ਕਰ ਲਓ ਤੇ ਉਂਝ ਕਰ ਲਓ। ਤੁਸੀਂ ਦੇਖਿਆ ਨਹੀਂ ਗੋਸ਼ਤ ਦਾ ਕਿੰਨਾ ਸ਼ੌਕ ਹੈ ਇਹਨਾਂ ਨੂੰ। ਮਾਂ ਜੀ ਜਦੋਂ ਸਾਊਥ ਅਫਰੀਕਾ ਸਨ ਤੇ ਕਹਿੰਦੇ ਸਨ ਕਿ ਪੁੱਤਰ ਨੇ ਤੇ ਮੈਨੂੰ ਗੋਸ਼ਤ ਤੇ ਲਾ ਛੱਡਿਆ ਤੇ ਹੁਣ ਇੱਥੇ ਆ ਕੇ ਉਹਨਾਂ ਨੇ ਸਾਰਿਆਂ ਨੂੰ ਸਾਗ ਤੇ ਪੱਠਿਆਂ ਤੇ ਲਾ ਛੱਡਿਆ। बुरी चीज़ नहीं है, अल्लाह का शुक्र है, रिस्क जो भी मिल जाए। लेकिन जब वो कहते हैं ना कि बंदा अपनी औकात से बाहर होता है, नज़र आना शुरू हो जाता है। यही इस फैमिली का हाल हुआ है। कहते हैं कि थोड़ा थोड़ा था तो दो वेले खा। इन लोगों को जो है ना शोहरत रास आ रही है ना पैसा। अब ये कहते हैं जी हमें तो यूट्यूब से कोई पैसे नहीं मिलते, हम तो लेते ही नहीं हैं कोई पैसे, हम तो बस चले जाते हैं, कोई गिफ्ट दे दे तो हम क्या करें। ਵੱਡੀ ਅੰਮਾ ਜਿਹੜੀ ਹੈ ਲੋਕਾਂ ਨੂੰ ਆਵਾਜ਼ਾਂ ਮਾਰ ਮਾਰ ਕੇ ਧੀਆਂ ਤੇ ਪੁੱਤਰ ਪਤਾ ਨਹੀਂ ਕਿਹੋ ਜਿਹੀਆਂ ਬੋਂਗੀਆਂ ਧੀਆਂ ਨੇ ਜਿਨ੍ਹਾਂ ਨੂੰ ਨਾ ਆਪਣੀਆਂ ਮਾਵਾਂ ਨਜ਼ਰ ਆਉਂਦੀਆਂ। ਜੇ ਜ਼ਿੰਦਾ ਨੇ ਤੇ ਆਪਣੀਆਂ ਮਾਵਾਂ ਦਾ ਕਰੋ, ਜੇ ਅੱਲਾ ਮਾਫ ਕਰੇ ਅੱਲਾ ਕੋਲ ਚਲੀਆਂ ਗਈਆਂ ਨੇ ਮਾਵਾਂ ਤੇ ਉਹਨਾਂ ਦੀ ਮਗਫਰਤ ਵਾਸਤੇ, ਉਹਨਾਂ ਦੀ ਨਜਾਤ ਵਾਸਤੇ, ਉਹਨਾਂ ਦੀ ਆਖਰਤ ਵਾਸਤੇ ਮੁਸਤਹਿਕ ਲੋਕਾਂ ਨੂੰ ਦਿਓ। ਜਿਸ ਮਾਂ ਦੇ ਤਿੰਨ ਤਿੰਨ ਪੁੱਤਰ ਡਸ਼ਕਰੇ ਜਿਹੜੇ ਟ੍ਰੀਟਮੈਂਟ ਕਰਾਉਂਦੇ ਫਿਰਦੇ ਨੇ, ਜਿਹੜੇ ਜੈਕੋ ਤੇ ਨਸੇ ਫਿਰਦੇ ਨੇ, ਕੀ ਉਹ ਮਾਂ ਮੁਸਤਹਿਕ ਹੈ? ਜਿਹੜਾ ਬੰਦਾ ਪੈਨਸ਼ਨ ਲੈਂਦਾ ਹੋਏ, ਜਿਹਦੇ ਕੋਲ ਦਾਣੇ ਆਪਣੇ ਘਰ ਦੇ ਹੋਣ, ज़मीना होन, वो की माँ गरीब होती है। अब यहाँ पे एक चीज़ और भी कोट कर दूँ, मेरी सब्सक्राइबर ने मुझे याद कराया। एक्चुअली मैं इन सब लोगों को इतना फॉलो नहीं करती जिन लोगों को ये होता है ना कि मैंने वीडियोस बनानी शुरू कर दी। जब आपके सब्सक्राइबर्स आपके साथ कनेक्टेड होते हैं ना, आपको उनको ऑन करना पड़ता है। अगर वो आपको रिस्पेक्ट देते हैं तो आपको भी उन्हें ऑन करना पड़ता है, उन्हें रिस्पेक्ट देनी पड़ती। मेरे पास जब मुझे कोई भेजता है इस तरह के शॉर्ट्स वगैरह क्लिप्स भेजता है और फिर कहता है आप इस पर बात करें, तो डेफ़िनेटली फिर मुझे भी उस चीज़ को देखना पड़ता है। और जब मेरा चैनल है तो मैं तो इस पे बात करूँगी, जिसको पसंद आता है वो देखे, जिसको नहीं पसंद आता वो ना देखे। तुसी अपने कार रसी अपने कार। लेकिन मेरे साथ जो भी कनेक्टेड है, चाहे वो क्रिटिसाइज़ करता है, कुछ भी करता है, मैंने कोशिश हमेशा ये की है कि मैं उसको बहुत अच्छे तरीके से जो है ना रिप्लाई करूँ। बस ये है कि लिमिट नहीं क्रॉस करनी चाहिए, विद इन द लिमिट्स रहें, तनकीद ज़रूर करें लेकिन वो इस्लाह के लिए होनी चाहिए। मैंने भी ये रिएक्शन चैनल कोई व्यूज़ कमाने के लिए, पैसे कमाने के लिए नहीं बनाया, एक इस्लाह के लिए बनाया है। किसी को असर हो जाए तो 100 बिस्मिल्लाह, ना हो तो कम अज़ कम अल्लाह के सामने सुरखरू तो है कि हमने बुराई के लिए आवाज़ उठाई। अब मेरी सब्सक्राइबर्स हैं, उन्होंने मेरी वीडियो में मेंशन भी किया हुआ है जो मैंने लास्ट टाइम इनकी बनाई थी कि जब ये विक्की भाई का बेटा बीमार हुआ था तो उस टाइम पर डॉक्टर ने 25 लाख मांगा था। तो ये रोने फिरदे सन उस टाइम पे कि मैं ये 25 लाख कहाँ से पूरा करूँगा। और ये कोई ज़्यादा पुरानी बात नहीं है, जस्ट 2 साल पहले की बात है, जब इनके पास उस टाइम 25 लाख नहीं थे। तो तुसी ਇਹ ਮੈਨੂੰ ਦੱਸੋ ਅਰਬਾਂ ਰੁਪਏ ਕਿੱਥੋਂ ਅੱਲਾ ਸਾਰਿਆਂ ਨੂੰ ਦੇਵੇ। परदेसी जितने भी बाहर मेहनत करते हैं कोई कम नहीं है। अल्लाह ताला देश में है या परदेश में है अपने घर का मुहताज करे, माँ बहन की शर्म दे। लेकिन इसमें क्या बड़ाई है कि माँ ਨੂੰ ਤੁਸੀਂ ਜਿਹੜਾ ਨਾ ਕੰਟੈਂਟ ਬਣਾਇਆ ਹੈ, ਧੀਆਂ ਨੂੰ ਤੁਸੀਂ ਕੰਟੈਂਟ ਬਣਾਇਆ ਹੈ, ਉੱਠਦਿਆਂ ਬੈਠਦਿਆਂ ਅੱਗੇ ਪਿੱਛੇ ਮਾਂ ਹਿਲਦੀ ਜੁਲਦੀ ਟੁਰਿਆ ਨਹੀਂ ਜਾਂਦਾ ਪਿਆ, ਫਿਰ भी ਤੁਸੀਂ ਮਾਂ ਨੂੰ ਜਿਹੜਾ ਨਾ ਫॉर सेल लाया है। जहाँ जहाँ माँ को लेके जाते हैं शोज़ में जाना और ये करना। और आजकल कोई अल्लाह की मार है कि पाकिस्तानी जो डिजिटल मीडिया है उसके पास भी ना इन टिकटॉकरों के अलावा कुछ नहीं रह गया, इन यूट्यूबर्स के अलावा उनके पास कोई कंटेंट नहीं। तू आ जा तू आ जा तू आ जा, अपनी बस रेटिंग के चक्कर में लगे हैं, कोई क्वालिटी नहीं है। एक वक्त था हमारे बचपन में जब पीटीवी आता था तो उस टाइम लोग एक ड्रामा देखने के लिए 8 से 9 का जो है ना, उसमें भी जो है वो आई थिंक 8:45 तक वो ख़त्म हो जाता था, तो लोग इंतज़ार करते थे एक एपिसोड का पूरे पूरे वीक। अब तो ऐसे इन लोगों ने ड्रामेबाजी शुरू की है कि हर घर की जो इन्होंने बेनकाब करके रख दी है, पर्दा चाक करके रख दी है इन्होंने, ना चादर है ना चार दीवारी है। आप बताएं ना, इतनी एजड माँ, माँ तो माँ होती है लेकिन उसकी इजाज़त कहीं नहीं है। फिर कहा जाता है आप बहुत रिग्रेसिव हैं, आप बहुत ये हैं, आप इज्जत पसंद है। ठीक है जी, मैं इज्जत पसंद हूँ, मुझे पता है कि मैं क्या बात कर रही हूँ। अगर तो मेरे अल्लाह ने इन चीज़ों के लिए कोई आपको छूट दी है, कोई डील दी है, कोई दलील है, तो ज़रूर उससे बात करें। आपके इस तरह के फजूल किस्म के कमेंट से मुझे कोई फ़र्क नहीं पड़ेगा। अगर आपको ये नेगेटिविटी लगती है तो फिर अल्लाह ही हाफिज़ है, क्योंकि नेगेटिविटी वो है जो हमारे माशरे का सत्यानाश करें, और ये लोग कर रहे हैं। अगर इन पर तनकीद वाले नेगेटिव हैं तो फिर इस कौम का जो हाल हो रहा है, बस फिर ये जस्टिफाइड है। क्योंकि बात वही है ना, बुराई को हर कोई पसंद करता है, बुराई के साथ बहुत जल्दी लोग इन्फ्लुएंस हो जाते हैं। लेकिन
جہاں کوئی آپ کو حق کی بات کر رہا ہو، سچ کی بات کر رہا ہو، آپ اس کے بخیے ادھیڑنا شروع کر دیتے ہیں، اتنا ڈسکریج کرتے ہیں کہ وہ بندہ ہی وہ چیز چھوڑ جائے۔ لیکن الحمدللہ جب تک میرے میں ہمت ہے، آئی ول ٹرائی مائی لیول بیسٹ۔ جس کو سمجھ آتی ہے وہ ضرور دیکھے، جس کو سمجھ آتی ہے کوشش کرے کہ وہ دوسروں کو بھی کنوے کر دے، نہیں سمجھ آتی تو میں بڑی آپ سے معذرت چاہتی ہوں، کیونکہ میرا تو سٹائل بھی یہی ہے، میں تو بات بھی ایسے کروں گی، اور میں لوگوں کو پوائنٹ آؤٹ بھی ایسے ہی کروں گی جو مجھے سامنے نظر آ رہا ہوگا۔ تو آپ لوگ جو ہیں وہ اپنی چوائس کے مطابق چلیں کہ آپ نے حق اور سچ کی بات سننی ہے یا پھر آپ نے ان لوگوں کے انفلوئنس میں رہنا ہے، کیونکہ بات یہ ہے کہ آپ کی پسند کی بات کرنا میرے پر فرض نہیں ہے۔ اگر میں کوئی بات مجھے بری لگ رہی ہے تو میں اپنی مرضی سے اس پہ بات کروں گی، مجھے کوئی اس چیز پہ انفلوئنس نہیں کر سکتا۔ تو اللہ تعالیٰ آپ لوگوں کو بھی ہدایت دے، سچ کی بات کرنے کی، سننے کی توفیق عطا فرمائے۔ اللہ ان جیسے لوگوں کو بھی ہدایت دے۔ دنیا دیکھیے کس طرف جا رہی ہے، قیامت کی نشانیاں سامنے نظر آ رہی ہیں، ہر وقت ایک جو ہے مسئلے مسائل دنیا کے سامنے آ رہے ہیں۔ پاکستان میں کون سے مسئلے نہیں ہو رہے؟ آپ کے لیفٹ رائٹ ہر طرف سے آپ کے اوپر جو ہے وہ ایک سایہ چل رہا ہے، ہر وقت ہی جو ہے خوف کے سائے منڈلا رہے ہیں۔ آپ کے ملک میں شارٹیجز ہو رہی ہیں، سب کچھ ہو رہا ہے، لیکن ایک نہیں شارٹیج ہو رہی تو بے شرمی کی نہیں ہو رہی، بے حیائی کی نہیں ہو رہی۔ نہ باپ کی شرم ہے، نہ ماں کی شرم ہے، نہ بیٹی کی شرم ہے، نہ بہن کی شرم ہے، نہ بیوی کا پردہ ہے۔ تو پھر جس قوم کا یہ حال ہو جائے تو پھر وہاں پر قیامت کی نشانیاں نہیں نظر آئیں گی، وہاں پر ہر وقت موت کے سائے نہیں نظر آئیں گے، وہاں پر اللہ کی طرف سے آزمائشیں نہیں آئیں گی، تو اور کیا آئے گا؟ تو اللہ تعالیٰ سے یہی دعا ہے ہمیں آزمائشوں سے بچائے، ہمیں اس دجالی فتنے کے دور سے بچائے، مرتے دم ہمیں کلمہ نصیب فرمائے، اور روز قیامت نبی پاک صلی اللہ علیہ وآلہ وسلم کے امتیوں میں سے ہمیں اٹھائے، اور ہماری اور ہمارے بڑوں کی، ہمارے ماں باپ کی، ہماری نسلوں کی بخشش فرمائے۔ آمین ثم آمین۔